आजकल गर्मी दिनों दिन ਵੱਧਦੀ ਜਾ ਰਹੀ ਕਿਉਂਕਿ ਲੋਕਾਂ ਦਾ ਦੁਪਹਿਰ ਦਾ ਕੰਮ ਕਾਫੀ ਲੋਕਾਂ ਦਾ ਹੁੰਦਾ ਹੈ ਤੇ ਉਸ ਵਿੱਚ ਉਹਨਾਂ ਨੂੰ ਜਾਣ ਤੋਂ ਪਹਿਲਾਂ ਲਈ ਖਾਣ ਪੀਣ ਦਾ ਆਪਣਾ ਕਿੱਦਾਂ ਧਿਆਨ ਰੱਖਣਾ ਚਾਹੀਦਾ ਹੈ। ਖਾਣ ਪੀਣ ਦਾ ਇੱਕ ਤੇ ਆਪਣੀ ਡਾਈਟ ਪੂਰੀ ਲੈਣ, ਜਿਵੇਂ ਆਪਾਂ ਕੋਈ ਬ੍ਰੇਕਫਾਸਟ ਕਰਨਾ ਹੈ ਜਾਂ ਲੰਚ ਕਰਨਾ ਆਪਣਾ ਪੂਰਾ ਖਾ ਕੇ ਜਾਣ, ਕੋਈ ਆਪਣਾ ਮੀਲ ਸਕਿਪ ਨਾ ਕਰਨ। ਦੂਸਰਾ ਲਿਕੁਇਡ ਇਨਟੇਕ ਜ਼ਿਆਦਾ ਰੱਖਣ, ਜਿਵੇਂ ਅੱਜ ਕੱਲ੍ਹ ਨਿੰਬੂ ਪਾਣੀ ਹੈ ਉਹ ਵੀ ਲੈ ਸਕਦੇ ਆ ਜਿਹਦੇ ਨਾਲ ਤੁਹਾਡੀ ਬੋਡੀ ਹਾਈਡਰੇਟ ਰਹੇ। ਤੀਸਰਾ ਇੱਕ ਇਹ ਵੀ ਗੱਲ ਧਿਆਨ ਰੱਖਣੀ ਚਾਹੀਦੀ ਕਿ ਜੇ ਉਹਨਾਂ ਨੂੰ ਕੰਮ ਕਰਨਾ ਹੀ ਪੈ ਰਿਹਾ ਤਾਂ ਕੱਪੜੇ ਵੀ ਉਹਦੇ ਮੌਸਮ ਦੇ ਹਿਸਾਬ ਨਾਲ ਪਾਉਣ। ਸਭ ਤੋਂ ਵੱਡੀ ਪ੍ਰੀਕੋਸ਼ਨ ਤਾਂ ਸਾਨੂੰ ਇਹ ਆਪਣੇ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਇਹ ਸਭ ਤੋਂ ਪੀਕ ਟਾਈਮ ਜਿਹੜਾ ਗਰਮੀ ਦਾ ਹੁੰਦਾ ਦੁਪਹਿਰ ਦਾ ਟਾਈਮ ਹੁੰਦਾ। ਨੋਰਮਲੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ 11 ਤੋਂ ਲੈ ਕੇ 3 ਵਜੇ ਤੱਕ 2-3 ਵਜੇ ਤੱਕ ਹੁੰਦਾ। ਸਾਨੂੰ ਇਸ ਟਾਈਮ 'ਤੇ ਅਵੋਇਡ ਕਰਨਾ ਚਾਹੀਦਾ ਕਿ ਅਸੀਂ ਬਾਹਰ ਨਿਕਲੀਏ, ਬਹੁਤ ਜ਼ਰੂਰੀ ਕੰਮ ਹੈ ਤਾਂ ਫਿਰ ਹੀ ਜਾਈਏ। ਗਰਮੀ ਦੇ ਮੌਸਮ ਵਿੱਚ ਜਿਹੜੀ ਮੇਜਰ ਪ੍ਰੋਬਲਮ ਆਉਂਦੀ ਹੈ ਉਹ ਡੀਹਾਈਡਰੇਸ਼ਨ ਦੀ ਆਉਂਦੀ ਹੈ। ਉਹਦੇ ਨਾਲ ਕਈ ਵਾਰ ਸਟ੍ਰੋਕ ਹੋ ਜਾਂਦਾ, ਹੀਟ ਸਟ੍ਰੋਕ ਹੋ ਜਾਂਦਾ। ਇਸ ਲਈ ਜੇ ਆਪਾਂ ਆਪਣਾ ਖਾਣਾ ਪੀਣਾ ਆਪਣਾ ਲਿਕੁਇਡ ਇਨਟੇਕ ਜ਼ਿਆਦਾ ਰੱਖਾਂਗੇ ਸਾਡੀ ਬੋਡੀ ਹਾਈਡਰੇਟ ਰਹੇਗੀ। ਇਹਦੇ ਨਾਲ ਸਾਨੂੰ ਕੋਈ ਗਰਮੀ ਦੇ ਜ਼ਿਆਦਾ ਸਾਈਡ ਇਫੈਕਟਸ ਨਹੀਂ ਹੋਣਗੇ। ਗਰਮੀਆਂ 'ਚ ਜਿਹੜੀ ਹੈਲਥ ਪ੍ਰੋਬਲਮ ਆਉਂਦੀ ਹੈ ਜ਼ਿਆਦਾ ਇਸ ਮੌਸਮ 'ਚ ਬੱਚਿਆਂ ਨੂੰ ਆਉਂਦੀ ਹੈ ਅਤੇ ਜਿਹੜੇ ਐਲਡਰਲੀ ਬੰਦੇ ਉਹਨਾਂ ਨੂੰ ਆਉਂਦੀ ਹੈ। ਬੱਚੇ ਅਤੇ ਐਲਡਰਲੀ ਇਹੋ ਜਿਹੀ ਪੋਪੂਲੇਸ਼ਨ ਹੈ ਜਿਹੜੇ ਦੱਸ ਨਹੀਂ ਸਕਦੇ। ਜਿਵੇਂ ਆਮ ਬੰਦੇ ਨੂੰ ਗਰਮੀ ਲੱਗਦੀ ਉਹ ਕਹਿੰਦਾ ਕਿ ਮੈਨੂੰ ਗਰਮੀ ਲੱਗ ਰਹੀ ਹੈ। ਸਾਨੂੰ ਇਹ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਸ ਮੌਸਮ ਵਿੱਚ ਜਿਹੜੇ ਬੱਚੇ ਅਤੇ ਜਿਹੜੇ ਐਲਡਰਲੀ ਹੁੰਦੇ ਆ ਉਹਨਾਂ ਦਾ ਥੋੜ੍ਹਾ ਗਰਮੀ ਦੇ ਨਾਲ ਕੰਪਲੀਕੇਸ਼ਨ ਦੇ ਚਾਂਸਿਸ ਵੀ ਜ਼ਿਆਦਾ ਹੁੰਦੇ ਆ ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀ ਘੱਟ ਹੁੰਦੀ ਹੈ ਅਤੇ ਉਹਨਾਂ ਦੇ ਉਹਨਾਂ ਨੂੰ ਪ੍ਰੋਨ ਜ਼ਿਆਦਾ ਹੁੰਦੇ ਆ ਇਸ ਦੀ ਕੰਪਲੀਕੇਸ਼ਨ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਲੁਧਿਆਣਾ ਟਾਈਮਸ, ਮੈਂ ਸ਼ੁਭਪ੍ਰੀਤ ਕੌਰ। ਦਿਨੋਂ ਦਿਨ ਗਰਮੀ ਵੱਧਦੀ ਜਾ ਰਹੀ ਹੈ, ਇਸ ਕਰਕੇ ਲੋਕਾਂ ਨੂੰ ਕਾਫੀ ਜਿਹੜੀ ਇਹ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿੰਨਿਆਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ, ਹੀਟ ਸਟ੍ਰੋਕ ਦਾ ਡਰ ਹੋ ਜਾਂਦਾ ਹੈ ਤੇ ਇਸ ਵਿੱਚ ਗਰਮੀ ਵਿੱਚ ਜਿਹੜੀ ਵੱਧਦੀ ਗਰਮੀ ਹੈ ਇਸ ਵਿੱਚ ਸਾਨੂੰ ਆਪਣਾ ਖਿਆਲ ਕਿੱਦਾਂ ਰੱਖਣਾ ਚਾਹੀਦਾ ਹੈ ਤੇ ਕੀ ਖਾਣਾ ਚਾਹੀਦਾ ਹੈ। ਗਰਮੀ 'ਚ ਜਾਣ ਤੋਂ ਪਹਿਲਾਂ ਜਾਂ ਸਨ ਦੇ ਐਕਸਪੋਜ਼ਰ ਵਿੱਚ ਡਾਇਰੈਕਟ ਸਨ ਦਾ ਐਕਸਪੋਜ਼ਰ ਜਦ ਹੁੰਦਾ ਹੈ ਉਸ ਕਰਕੇ ਸਾਡੀ ਬੋਡੀ ਵਿੱਚ ਕਾਫੀ ਚੇਂਜਸ ਆ ਜਾਂਦੇ ਨੇ। ਕਿੰਨੇ ਲੋਕੀ ਜਿਹੜੇ ਨੇ ਉਹ ਗਰਮੀ 'ਚ ਬੇਹੋਸ਼ ਵੀ ਹੋ ਜਾਂਦੇ ਨੇ ਤੇ ਜਿਹੜੀ ਇਹ ਇਸ ਕਰਕੇ ਹੀ ਅੱਜ ਇੱਥੇ ਆਪਾਂ ਮੌਜੂਦ ਹਾਂ ਲੁਧਿਆਣਾ ਦੇ DMC ਹਸਪੀਟਲ ਵਿੱਚ, ਜਿੱਥੇ ਸਾਡੇ ਵਿੱਚ ਮੌਜੂਦ ਨੇ ਡਾਕਟਰ ਅਮਿਤ ਬੇਰੀ ਜੋ ਕਿ ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਮੈਡੀਸਿਨ ਵੀ ਨੇ ਤੇ ਇਹਨਾਂ ਤੋਂ ਆਪਾਂ ਥੋੜੇ ਪੁੱਛਾਂਗੇ ਕਿ ਕੀ ਪ੍ਰੀਕਾਸ਼ਨ ਸਾਨੂੰ ਲੈਣੇ ਚਾਹੀਦੇ ਨੇ ਗਰਮੀ ਵਿੱਚ ਡਾਇਰੈਕਟ ਜਦ ਐਕਸਪੋਜ਼ਰ ਟੂ ਸਨ ਸਾਡਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਕੀ ਜਿਹੜੇ ਪ੍ਰੀਕਾਸ਼ਨ ਲੈਣੇ ਚਾਹੀਦੇ, ਕੀ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਜਿਸ ਕਰਕੇ ਸਾਨੂੰ ਡੀਹਾਈਡਰੇਸ਼ਨ ਨਾ ਹੋਵੇ। ਤੇ ਸਰ ਤੁਹਾਡੇ ਅਕੋਰਡਿੰਗ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੀ ਇਹ ਦਿਨੋਂ ਦਿਨ ਗਰਮੀ ਵੱਧਦੀ ਜਾ ਰਹੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ? ਗਰਮੀ ਦੇਖੋ ਇਹ ਤਾਂ ਇੱਕ ਨੈਚੁਰਲ ਫਿਨੋਮੀਨਾ ਹੈ। ਜਿਵੇਂ ਅਪ੍ਰੈਲ ਤੋਂ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ, ਮਈ ਜੂਨ 'ਚ ਪੀਕ 'ਚ ਚੱਲ ਜਾਂਦੀ ਹੈ। ਇਹ ਤਾਂ ਇੱਕ ਨੈਚੁਰਲ ਜਿਹੜਾ ਮੌਸਮ ਹੈ ਉਸ ਤਰ੍ਹਾਂ ਦਾ ਚੱਲ ਰਿਹਾ। ਪਰ ਜਿਹੜੀ ਤੁਸੀਂ ਇਹ ਗੱਲ ਬਹੁਤ ਅੱਛੀ ਕੀਤੀ ਕਿ ਜਿਵੇਂ ਹੁਣ ਗਰਮੀ ਦਿਨੋਂ ਦਿਨ ਵੱਧਦੀ ਸ਼ੁਰੂ ਹੋ ਰਹੀ ਹੈ ਤਾਂ ਸਾਨੂੰ ਕੀ ਪ੍ਰੀਕਾਸ਼ਨਸ ਲੈਣੇ ਚਾਹੀਦੀਆਂ। ਉਹਦੇ ਵਿੱਚ ਸਭ ਤੋਂ ਵੱਡੀ ਪ੍ਰੀਕਾਸ਼ਨ ਤਾਂ ਸਾਨੂੰ ਇਹ ਆਪਣੇ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਇਹ ਸਭ ਤੋਂ ਪੀਕ ਟਾਈਮ ਜਿਹੜਾ ਗਰਮੀ ਦਾ ਹੁੰਦਾ ਦੁਪਹਿਰ ਦਾ ਟਾਈਮ ਹੁੰਦਾ। ਨੋਰਮਲੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ 11 ਤੋਂ ਲੈ ਕੇ 3 ਵਜੇ ਤੱਕ 2-3 ਵਜੇ ਤੱਕ ਹੁੰਦਾ। ਸਾਨੂੰ ਇਸ ਟਾਈਮ 'ਤੇ ਅਵੋਇਡ ਕਰਨਾ ਚਾਹੀਦਾ ਕਿ ਅਸੀਂ ਬਾਹਰ ਨਿਕਲੀਏ, ਬਹੁਤ ਜ਼ਰੂਰੀ ਕੰਮ ਹੈ ਤਾਂ ਫਿਰ ਹੀ ਜਾਈਏ। ਜੇ ਜਾਣਾ ਤਾਂ ਫਿਰ ਵੀ ਆਪਾਂ ਮਤਲਬ ਥੋੜ੍ਹਾ ਕੋਸ਼ਿਸ਼ ਕਰੀਏ ਕਿ ਸਾਡਾ ਮਿਨੀਮਮ ਐਕਸਪੋਜ਼ਰ ਹੋਏ ਗਰਮੀ ਦੇ ਨਾਲ। ਦੂਸਰੀ ਗੱਲ ਜਿਹੜੀ ਆਪਾਂ ਆਮ ਇਸ ਮੌਸਮ 'ਚ ਆਪਾਂ ਪੇਸ਼ੈਂਟ ਨੂੰ ਵੀ ਕਹਿੰਦੇ ਹਾਂ ਕਿ ਧਿਆਨ ਰੱਖਣ ਦੀ ਹੈ ਉਹ ਹਾਈਡਰੇਸ਼ਨ ਦਾ ਮਤਲਬ ਹੈ ਕਿ ਐਡਿਕੁਏਟ ਲਿਕੁਇਡ ਇਨਟੇਕ। ਜੋ ਵੀ ਆਪਾਂ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਕੁਝ ਵੀ ਆਪਣਾ ਲਿਕੁਇਡ ਇਨਟੇਕ ਆਪਣਾ ਪ੍ਰੋਪਰ ਰੱਖੋ ਕਿਉਂਕਿ ਗਰਮੀ ਦੇ ਮੌਸਮ ਵਿੱਚ ਜਿਹੜੀ ਮੇਜਰ ਪ੍ਰੋਬਲਮ ਆਉਂਦੀ ਹੈ ਉਹ ਡੀਹਾਈਡਰੇਸ਼ਨ ਦੀ ਆਉਂਦੀ ਹੈ। ਉਹਦੇ ਨਾਲ ਕਈ ਵਾਰ ਸਟ੍ਰੋਕ ਹੋ ਜਾਂਦਾ, ਹੀਟ ਸਟ੍ਰੋਕ ਹੋ ਜਾਂਦਾ। ਇਸ ਲਈ ਜੇ ਆਪਾਂ ਆਪਣਾ ਖਾਣਾ ਪੀਣਾ ਆਪਣਾ ਲਿਕੁਇਡ ਇਨਟੇਕ ਜ਼ਿਆਦਾ ਰੱਖਾਂਗੇ ਸਾਡੀ ਬੋਡੀ ਹਾਈਡਰੇਟ ਰਹੇਗੀ। ਇਹਦੇ ਨਾਲ ਸਾਨੂੰ ਕੋਈ ਗਰਮੀ ਦੇ ਜ਼ਿਆਦਾ ਸਾਈਡ ਇਫੈਕਟਸ ਨਹੀਂ ਹੋਣਗੇ। ਸਰ ਲਾਈਕ ਜਿਵੇਂ ਲੂ ਵੀ ਲੱਗ ਜਾਂਦੀ ਹੈ, ਅੱਜ ਕੱਲ੍ਹ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਕਿਉਂਕਿ ਲੋਕਾਂ ਦਾ ਦੁਪਹਿਰ ਦਾ ਕੰਮ ਕਾਫੀ ਲੋਕਾਂ ਦਾ ਹੁੰਦਾ ਹੈ ਤੇ ਉਸ ਵਿੱਚ ਉਹਨਾਂ ਨੂੰ ਜਾਣ ਤੋਂ ਪਹਿਲਾਂ ਲਾਈਕ ਖਾਣ ਪੀਣ ਦਾ ਆਪਣਾ ਕਿੱਦਾਂ ਧਿਆਨ ਰੱਖਣਾ ਚਾਹੀਦਾ? ਖਾਣ ਪੀਣ ਦਾ ਇੱਕ ਤੇ ਆਪਣੀ ਡਾਈਟ ਪੂਰੀ ਲੈਣ, ਜਿਵੇਂ ਆਪਾਂ ਕੋਈ ਬ੍ਰੇਕਫਾਸਟ ਕਰਨਾ ਹੈ ਜਾਂ ਲੰਚ ਕਰਨਾ ਆਪਣਾ ਪੂਰਾ ਖਾ ਕੇ ਜਾਣ, ਕੋਈ ਆਪਣਾ ਮੀਲ ਸਕਿਪ ਨਾ ਕਰਨ। ਦੂਸਰਾ ਲਿਕੁਇਡ ਇਨਟੇਕ ਜ਼ਿਆਦਾ ਰੱਖਣ, ਜਿਵੇਂ ਅੱਜ ਕੱਲ੍ਹ ਨਿੰਬੂ ਪਾਣੀ ਹੈ ਉਹ ਵੀ ਲੈ ਸਕਦੇ ਆ ਜਿਹਦੇ ਨਾਲ ਤੁਹਾਡੀ ਬੋਡੀ ਹਾਈਡਰੇਟ ਰਹੇ। ਤੀਸਰਾ ਇੱਕ ਇਹ ਵੀ ਗੱਲ ਧਿਆਨ ਰੱਖਣੀ ਚਾਹੀਦੀ ਕਿ ਜੇ ਉਹਨਾਂ ਨੂੰ ਕੰਮ ਕਰਨਾ ਹੀ ਪੈ ਰਿਹਾ ਤਾਂ ਕੱਪੜੇ ਵੀ ਉਹਦੇ ਮੌਸਮ ਦੇ ਹਿਸਾਬ ਨਾਲ ਪਾਉਣ, ਜਿਵੇਂ ਲਾਈਟ ਕੱਪੜੇ ਪਾਉਣ। ਜਿਵੇਂ ਕੋਈ ਭਾਰੀ ਕੱਪੜੇ ਪਾ ਲੈਂਦਾ ਉਹਦੇ ਨਾਲ ਤੁਹਾਨੂੰ ਹੋਰ ਤੁਹਾਡੀ ਜਿਹੜੀ ਹੈ ਜਿਹੜਾ ਬੋਡੀ ਟੈਂਪਰੇਚਰ ਹੋਰ ਰਾਈਜ਼ ਹੋ ਜਾਂਦਾ। ਤੁਹਾਨੂੰ ਕੱਪੜੇ ਵੀ ਉਹਦੇ ਹਿਸਾਬ ਨਾਲ ਪਾਉਣੇ ਚਾਹੀਦੇ ਆ। ਲਿਕੁਇਡ ਇਨਟੇਕ ਅੱਛਾ ਰੱਖੋ, ਖਾਣਾ ਪ੍ਰੋਪਰ ਕਰੋ, ਆਪਣਾ ਕੋਈ ਮਿਸ ਨਾ ਕਰੋ। ਫਰੂਟਸ ਐਂਡ ਵੈਜੀਟੇਬਲਸ ਬੜੇ ਅੱਛੇ ਹੁੰਦੇ ਆ ਖਾਸ ਕਰ ਇਹੋ ਜਿਹੇ ਮੌਸਮ 'ਚ। ਖਾਣੇ ਵਿੱਚ ਅਜਿਹੀ ਲਾਈਕ ਜਿਹੜੀ ਤੁਸੀਂ ਡਾਈਟ ਕਹਿ ਰਹੇ ਹੋ ਉਸ ਵਿੱਚ ਕੀ ਅਜਿਹੀ ਡਾਈਟ ਵਿੱਚ ਮਤਲਬ ਹੋਣਾ ਹੀ ਚਾਹੀਦਾ ਹੈ ਲਾਈਕ ਇੱਕ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਗਰਮੀਆਂ ਵਿੱਚ ਇਸ ਚੀਜ਼ ਦੀ ਕਮੀ ਬੋਡੀ ਵਿੱਚ ਨਹੀਂ ਹੋਣੀ ਚਾਹੀਦੀ ਤੇ ਕੀ ਅਜਿਹੀ ਚੀਜ਼ ਸਾਨੂੰ ਡਾਈਟ ਵਿੱਚ ਆਪਣੇ ਇਨਕਲੂਡ ਕਰਨੀ? ਦੇਖੋ ਇੱਕ ਤਾਂ ਆਪਣੀ ਨੋਰਮਲ ਡਾਈਟ ਹੁੰਦੀ ਹੈ ਜਿਹੜੀ ਆਪਾਂ ਮੀਲਸ ਖਾਂਦੇ ਹਾਂ, ਉਹਦੇ ਇਲਾਵਾ ਆਪਣੇ ਸੈਲਡ ਅਤੇ ਫਰੂਟਸ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ। ਸੈਲਡ ਅਤੇ ਫਰੂਟਸ ਵੀ ਜਿਹੜੇ ਫਰੂਟਸ ਵੀ ਹੁੰਦੇ ਅਲੱਗ-ਅਲੱਗ ਤਰ੍ਹਾਂ ਦੇ ਹੋਣੇ ਚਾਹੀਦੇ ਆ। ਇੱਕ ਤਰ੍ਹਾਂ ਦੇ ਫਰੂਟ ਨਹੀਂ ਹੋਣੇ ਚਾਹੀਦੇ, ਤੁਹਾਡਾ ਕੰਬੀਨੇਸ਼ਨ ਹੋਣਾ ਚਾਹੀਦਾ। ਇਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਇੱਕ ਤਾਂ ਮਿਨਰਲਸ ਵਗੈਰਾ ਠੀਕ ਰਹਿੰਦੇ ਆ, ਸੋਡੀਅਮ ਵਗੈਰਾ ਠੀਕ ਰਹਿੰਦਾ, ਤੁਹਾਡੀ ਬੋਡੀ ਦੀ ਇਮਿਊਨਿਟੀ ਵੀ ਠੀਕ ਰਹਿੰਦੀ ਹੈ ਜਿਹਦੇ ਨਾਲ ਤੁਹਾਨੂੰ ਕੋਈ ਦਿੱਕਤ ਆਉਣ ਦੇ ਚਾਂਸਸ ਘੱਟ ਜਾਂਦੇ।
ਸਰ ਗਰਮੀਆਂ ਵਿੱਚ ਲੋਕਾਂ ਨੂੰ ਕਿੱਦਾਂ ਕਿੱਦਾਂ ਦੀ ਹੈਲਥ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ? ਜਿਵੇਂ ਆਪਾਂ ਜਿਹੜੇ ਗਰਮੀਆਂ 'ਚ ਜਿਹੜੀ ਹੈਲਥ ਪ੍ਰੋਬਲਮ ਆਉਂਦੀ ਹੈ ਜ਼ਿਆਦਾ ਇਸ ਮੌਸਮ 'ਚ ਬੱਚਿਆਂ ਨੂੰ ਆਉਂਦੀ ਹੈ ਤੇ ਜਿਹੜੇ ਐਲਡਰਲੀ ਬੰਦੇ ਆ ਉਹਨਾਂ ਨੂੰ ਆਉਂਦੀ ਹੈ, ਕਿਉਂਕਿ ਬੱਚੇ ਤੇ ਐਲਡਰਲੀ ਇਹੋ ਜਿਹੀ ਪੋਪੂਲੇਸ਼ਨ ਹੈ ਜਿਹੜੇ ਦੱਸ ਨਹੀਂ ਸਕਦੇ। ਜਿਵੇਂ ਆਮ ਬੰਦੇ ਨੂੰ ਗਰਮੀ ਲੱਗਦੀ ਉਹ ਕਹਿੰਦਾ ਕਿ ਮੈਨੂੰ ਗਰਮੀ ਲੱਗ ਰਹੀ ਹੈ। ਸਾਨੂੰ ਇਹ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਮੌਸਮ ਵਿੱਚ ਜਿਹੜੇ ਬੱਚੇ ਤੇ ਜਿਹੜੇ ਐਲਡਰਲੀ ਹੁੰਦੇ ਆ ਉਹਨਾਂ ਦਾ ਥੋੜ੍ਹਾ ਗਰਮੀ ਦੇ ਨਾਲ ਕੰਪਲਿਕੇਸ਼ਨ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਆ, ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀ ਘੱਟ ਹੁੰਦੀ ਹੈ ਤੇ ਉਹਨਾਂ ਦੇ ਉਹਨਾਂ ਨੂੰ ਪ੍ਰੋਨ ਜ਼ਿਆਦਾ ਹੁੰਦੇ ਆ ਇਸ ਦੀ ਕੰਪਲਿਕੇਸ਼ਨ ਦਾ। ਹੁਣ ਇਹਦੇ ਵਿੱਚ ਜਿਹੜਾ ਸਾਨੂੰ ਮੇਨ ਜਿਹੜਾ ਗੱਲ ਰੱਖਣ ਦੀ ਲੋੜ ਹੈ ਕਿ ਆਪਾਂ ਜਿਹੜੀ ਪ੍ਰੋਬਲਮ ਸਭ ਤੋਂ ਵੱਡੀ ਆਉਂਦੀ ਹੈ ਡੀਹਾਈਡਰੇਸ਼ਨ ਦੀ। ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਕਿ ਗਰਮੀ ਜ਼ਿਆਦਾ ਹੋਏ, ਪਸੀਨਾ ਜ਼ਿਆਦਾ ਆਉਂਦਾ ਹੈ, ਉਹਦੇ ਨਾਲ ਤੁਹਾਡੀ ਜਿਹੜੇ ਬੋਡੀ ਦਾ ਟੈਂਪਰੇਚਰ ਰਾਈਜ਼ ਕਰ ਜਾਂਦਾ ਹੈ। ਜੇ ਤੁਹਾਡੀ ਬੋਡੀ ਦਾ ਖਾਣਾ ਪ੍ਰੋਪਰ ਨਹੀਂ ਹੈ, ਤੁਹਾਡਾ ਲਿਕੁਇਡ ਇਨਟੇਕ ਨਹੀਂ ਹੈ ਤਾਂ ਤੁਸੀਂ ਡੀਹਾਈਡਰੇਟ ਹੋ ਜਾਂਦੇ, ਤੁਹਾਡੇ ਬੋਡੀ 'ਚੋਂ ਵਾਟਰ ਲੋਸ ਹੋ ਜਾਂਦਾ, ਜਿਸ ਨਾਲ ਕਈ ਵਾਰ ਤੁਸੀਂ ਬੇਹੋਸ਼ ਵੀ ਹੋ ਸਕਦੇ ਹੋ, ਕਈ ਵਾਰ ਦੌਰੇ ਵੀ ਪੈ ਜਾਂਦੇ ਆ, ਈਵਨ ਕਈ ਵਾਰ ਤੁਹਾਡਾ ਹਾਰਟ ਵੀ ਬੰਦ ਹੋ ਜਾਂਦਾ। ਇਸ ਲਈ ਸਭ ਤੋਂ ਵੱਡੀ ਜਿਹੜੀ ਮੇਜਰ ਪ੍ਰੋਬਲਮ ਹੈ ਡੀਹਾਈਡਰੇਸ਼ਨ ਦੀ ਹੈ, ਜਿਹੜੀ ਕਈ ਵਾਰ ਕਾਰਡਿਕ ਕਈ ਵਾਰ ਹੀਟ ਸਟ੍ਰੋਕ ਵੀ ਹੋ ਜਾਂਦਾ, ਜਿਹੜਾ ਜਿਹਦੇ ਵਿੱਚ ਬੰਦਾ ਬੇਹੋਸ਼ ਹੀ ਹੋ ਜਾਂਦਾ, ਕਈ ਵਾਰ ਹੀਟ ਸਟ੍ਰੋਕ ਨਾਲ ਕਾਰਡਿਕ ਅਰੈਸਟ ਵੀ ਹੋ ਜਾਂਦਾ। ਸੋ ਇਹ ਸਾਰੀ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਤੇ ਇਹਨਾਂ ਵਾਸਤੇ ਬੇਸਿਕ ਸਾਨੂੰ ਕੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਕੀ ਸਾਨੂੰ ਇਨਟੇਕ ਕਰਨਾ ਚਾਹੀਦਾ ਕਿ ਅਸੀਂ ਜਿਹੜੀ ਇੱਕ ਡੀਹਾਈਡਰੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਜਿਸ ਦੇ ਨਾਲ ਹੋਰ ਬਾਕੀ ਪ੍ਰੋਬਲਮਸ ਹੋ ਜਾਂਦੀਆਂ ਨੇ, ਕੀ ਅਜਿਹੀ ਚੀਜ਼ਾਂ ਦਾ ਧਿਆਨ ਰੱਖਣਾ? ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ, ਇੱਕ ਤੇ ਹਰ ਬੰਦੇ ਨੂੰ ਆਪਣਾ ਪਰ ਜਿਹੜਾ ਆਪਣਾ ਪ੍ਰੋਪਰ ਖਾਣਾ ਡਾਈਟ ਪੂਰੀ ਬ੍ਰੇਕਫਾਸਟ ਲੰਚ ਡਿਨਰ ਕੋਈ ਸਕਿਪ ਨਹੀਂ ਕਰਨਾ। ਦੂਸਰਾ ਜਿਹੜਾ ਇੱਕ ਵਾਰ ਫਰੂਟਸ ਵੈਜੀਟੇਬਲ ਸੈਲਡ ਵਗੈਰਾ ਜ਼ਿਆਦਾ ਲੈ ਸਕਦੇ ਆ। ਤੀਸਰਾ ਜਿਹੜਾ ਲਿਕੁਇਡ ਇਨਟੇਕ ਥੋੜੀ ਦੇਰ ਤੱਕ ਲੈਂਦੇ ਰਹਿਣ, ਉਹਦੇ ਨਾਲ ਤੁਹਾਡੀ ਬੋਡੀ ਵੈਸੇ ਹੀ ਤੁਹਾਨੂੰ ਫਾਇਦਾ ਤੇ ਉਹਦੇ ਨਾਲ ਤੁਹਾਡੀ ਬੋਡੀ ਵੀ ਹਾਈਡਰੇਟ ਰਹੇਗੀ। ਇਹ ਤਿੰਨ ਚੀਜ਼ਾਂ ਦਾ ਤੁਸੀਂ ਡਾਈਟ 'ਚ ਧਿਆਨ ਰੱਖੋ। ਬਾਕੀ ਜਿਹੜੇ ਆਪਾਂ ਕਿਹਾ ਕਿ ਜਿਵੇਂ ਪ੍ਰੀਕਾਸ਼ਨਸ ਲੈਣੀਆਂ, ਜਿਵੇਂ ਤੁਸੀਂ ਅਵੋਇਡ ਕਰੋ ਕਿ ਜੇ ਤੁਸੀਂ ਪੀਕ ਆਵਰ ਵਿੱਚ ਨਾ ਜਾਓ, ਜਿਵੇਂ ਤੁਹਾਡਾ 11 ਤੋਂ ਲੈ ਕੇ 3 ਵਜੇ ਤੱਕ ਮੈਕਸਿਮਮ ਧੁੱਪ ਹੁੰਦੀ ਹੈ, ਤੁਸੀਂ ਅਵੋਇਡ ਕਰੋ। ਕੱਪੜੇ ਵੀ ਤੁਸੀਂ ਉਸ ਹਿਸਾਬ ਨਾਲ ਪਾਓ। ਜੇ ਤੁਹਾਡੇ ਕੋਲ ਆਪਣੀ ਕੋਈ ਕਨਵੈਂਸ ਹੈ, ਜਿਵੇਂ ਕੋਈ ਕਾਰ ਹੈ, ਤਾਂ ਯੂਜ਼ ਕਰੋ। ਜ਼ਰੂਰੀ ਨਹੀਂ ਹੈ ਕਿ ਤੁਸੀਂ 2 ਵਹੀਕਲ 'ਤੇ ਜਾਣਾ, ਤੁਸੀਂ ਟਰਾਈ ਕਰੋ ਕਿ ਜੇ ਤੁਹਾਡੇ ਕੋਲ 4 ਕੋਈ ਕਾਰ ਵਗੈਰਾ ਤਾਂ ਉਹਦੇ ਵਿੱਚ ਜਾਓ, ਉਹਦੇ ਨਾਲ ਤੁਹਾਨੂੰ ਗਰਮੀ ਦੇ ਚਾਂਸਸ ਘੱਟ ਜਾਂਦੇ। ਤੇ ਸਰ ਜਿਵੇਂ ਫਰੂਟ ਸੈਲਡ ਤੁਸੀਂ ਦੱਸਿਆ ਕਿ ਤੇ ਫਰੂਟ ਸੈਲਡ ਵਿੱਚ ਲਾਈਕ ਕਿਹੜੇ ਅਜਿਹੇ ਕੰਬੀਨੇਸ਼ਨਸ ਜਿਹੜੇ ਨੇ ਸਾਨੂੰ ਗਰਮੀਆਂ ਵਿੱਚ ਹੈਲਪ ਕਰ ਸਕਦੇ ਨੇ? ਕਕੰਬਰ ਜਿਹੜਾ ਹੁੰਦਾ ਹੈ, ਕਕੰਬਰ ਹੁੰਦਾ ਹੈ, ਰੈਡਿਸ਼ ਹੁੰਦਾ ਹੈ। ਕਕੰਬਰ 'ਚ ਕਾਫੀ ਅਮਾਊਂਟ ਆਫ ਜਿਹੜਾ ਹੁੰਦਾ ਵਾਟਰ ਕਾਫੀ ਜ਼ਿਆਦਾ ਹੁੰਦਾ, ਉਹ ਇੱਕ ਅੱਛਾ ਬੋਡੀ ਨੂੰ ਹਾਈਡਰੇਟ ਕਰਨ ਵਾਲਾ ਹੁੰਦਾ। ਇਹਦੇ ਇਲਾਵਾ ਜਿਹੜਾ ਆਪਾਂ ਫਰੂਟਸ ਵਗੈਰਾ ਜਿਵੇਂ ਵਾਟਰਮੈਲਨ ਹੁੰਦਾ, ਇਹ ਵੀ ਬੜੇ ਅੱਛੇ ਫਰੂਟਸ ਹੁੰਦੇ ਜਿਹੜੇ ਬੋਡੀ ਵਿੱਚ ਲਿਕੁਇਡ ਇਹਨਾਂ ਦੇ ਵਿੱਚ ਜਿਹੜਾ ਹੁੰਦਾ ਲਿਕੁਇਡ ਕੰਟੈਂਟ ਜ਼ਿਆਦਾ ਹੁੰਦਾ। ਵਾਟਰਮੈਲਨ ਹੋ ਗਏ, ਖਰਬੂਜ ਹੋ ਗਏ, ਇਸ ਤਰ੍ਹਾਂ ਦੇ ਜਿਹੜੇ ਇਵਨ ਜਿਹੜੇ ਔਰੇਂਜਸ ਹੁੰਦੇ ਆ, ਉਹ ਵੀ ਤੁਹਾਡੀ ਬੋਡੀ ਨੂੰ ਕਾਫੀ ਹਾਈਡਰੇਟ ਕਰਕੇ ਰੱਖਦੇ ਆ। ਤੇ ਸਰ ਲਿਕੁਇਡਸ ਹੋਰ ਇੱਕ ਨਿੰਬੂ ਪਾਣੀ ਤੋਂ ਇਲਾਵਾ ਹੋਰ ਲਿਕੁਇਡਸ ਕੀ ਆਪਾਂ ਇਨਟੇਕ ਕਰ ਸਕਦੇ ਹਾਂ? ਲਿਕੁਇਡ ਇਸ ਤਰ੍ਹਾਂ ਕੁਛ ਨਹੀਂ ਹੈ, ਤੁਸੀਂ ਨਿੰਬੂ ਪਾਣੀ ਲੈ ਸਕਦੇ ਹੋ, ਤੁਸੀਂ ਆਪਣਾ ਕੋਈ ਲੱਸੀ ਲੈ ਸਕਦੇ ਹੋ। ਤੁਸੀਂ ਜਿਸ ਤਰ੍ਹਾਂ ਤੁਹਾਨੂੰ ਅਗਰ ਕੋਈ ਨਮਕੀਨ ਲੈਣੀ ਹੈ ਜਾਂ ਕੋਈ ਮਿੱਠੀ ਲੈਣੀ ਹੈ, ਤੁਸੀਂ ਉਹ ਲੱਸੀ ਲੈ ਲਓ। ਕੁਛ ਵੀ ਲੈ ਲਓ, ਮਤਲਬ ਈਵਨ ਸਿੰਪਲ ਵਾਟਰ ਵੀ ਲੈ ਸਕਦੇ ਹੋ। ਮਤਲਬ ਇਹ ਹੈ ਕਿ ਤੁਸੀਂ ਲਿਕੁਇਡ ਇਨਟੇਕ ਆਪਣਾ ਰੱਖੋ ਕਿਸੇ ਵੀ ਫਾਰਮ 'ਚ। ਤੇ ਸਰ ਜਿਵੇਂ ਹੀਟ ਸਟ੍ਰੋਕ ਵੀ ਹੋ ਜਾਂਦਾ ਹੈ ਲੋਕਾਂ ਨੂੰ, ਤਾਂ ਉਸ ਤੋਂ ਕਿੱਦਾਂ ਬਚਾਅ ਕਰ ਸਕਦੇ ਹਾਂ? ਹੀਟ ਸਟ੍ਰੋਕ ਤੋਂ ਦੇਖੋ ਬੇਸਿਕ ਪ੍ਰੀਕਾਸ਼ਨ ਤਾਂ ਸੇਮ ਹੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਇੱਕ ਤੇ ਆਪਣੇ ਜਿਵੇਂ ਮੈਂ ਤੁਹਾਨੂੰ ਕਿਹਾ ਬੱਚੇ ਤੇ ਜਿਹੜੇ ਐਲਡਰਲੀ ਜ਼ਿਆਦਾ ਪ੍ਰੋਨ ਹੁੰਦੇ ਆ, ਕਿਉਂਕਿ ਉਹ ਕਮਰੇ 'ਚ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਚੱਲਦਾ ਟੈਂਪਰੇਚਰ ਕੀ ਵੇਰੀਏਸ਼ਨ ਹੈ। ਕਮਰਾ ਵੀ ਤੁਹਾਡਾ ਜਿਹੜਾ ਹੋਣਾ ਚਾਹੀਦਾ, ਉਹਦੇ ਵਿੱਚ ਵਿੰਡੋ ਹੋਣੀ ਚਾਹੀਦੀ, ਥੋੜ੍ਹੀ ਜਿਹੀ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਕਲੋਜ਼ ਕਮਰਾ ਨਾ ਹੋਏ ਜਿਹਦੇ ਨਾਲ ਕਈ ਵਾਰ ਆਪਾਂ ਦੇਖਿਆ ਕਿ ਜਿਹੜੇ ਛੱਤ ਵਾਲੇ ਕਮਰੇ ਆ, ਆਪਾਂ ਬੱਚਿਆਂ ਨੂੰ ਤੇ ਐਲਡਰਲੀ ਨੂੰ ਉੱਥੇ ਰੱਖਦੇ ਹਾਂ, ਉੱਥੇ ਗਰਮੀ ਜ਼ਿਆਦਾ ਟੈਂਪਰੇਚਰ ਰੇਜ਼ ਹੋ ਜਾਂਦਾ। ਉਹ ਤੁਹਾਨੂੰ ਫਿਰ ਆਪਣੇ ਘਰ ਦੇ ਹਿਸਾਬ ਨਾਲ ਉਹ ਜਗ੍ਹਾ ਰਹਿਣਾ ਚਾਹੀਦਾ ਜਿੱਥੇ ਤੁਹਾਡਾ ਟੈਂਪਰੇਚਰ ਜਿਹੜਾ ਰੂਮ ਦਾ ਉਹ ਥੋੜ੍ਹਾ ਪਹਿਲੇ ਮਤਲਬ ਜਿਹੜੇ ਉੱਪਰ ਵਾਲੇ ਕਮਰੇ ਤੋਂ ਥੋੜ੍ਹਾ ਘੱਟ ਹੈ। ਸੈਕਿੰਡ ਹੈ ਲਿਕੁਇਡ ਹਾਈਡਰੇਸ਼ਨ, ਖਾਣਾ ਪੀਣਾ ਆਪਣਾ ਪ੍ਰੋਪਰ ਰੱਖੋ। ਤੀਸਰਾ ਅਵੋਇਡ ਕਰੋ ਜਿਹੜਾ ਤੁਸੀਂ ਇਹ ਧੁੱਪ ਵਿੱਚ ਨਿਕਲਣਾ, ਮੈਂ ਅਗਰ ਬਹੁਤ ਹੀ ਜ਼ਰੂਰੀ ਕੰਮ ਹੈ ਫਿਰ ਹੀ ਜਾਓ। ਫੋਰਥ ਕੱਪੜੇ ਵੀ ਉਸ ਹਿਸਾਬ ਨਾਲ ਪਾਓ। ਇਹ 3-4 ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਤੇ ਤੁਸੀਂ ਹੀਟ ਸਟ੍ਰੋਕ ਤੋਂ ਅਵੋਇਡ ਕਰ ਸਕਦੇ ਹੋ। ਅੱਛਾ, ਜੇ ਲਿਕੁਇਡਸ ਦੀ ਗੱਲ ਕਰੀਏ, ਲੋਕੀ ਜਿਹੜੇ ਨੇ ਉਹ ਏਰੇਟਿਡ ਡਰਿੰਕਸ ਜਾਂ ਕੋਲਡ ਡਰਿੰਕਸ ਇਹ ਸਭ ਵੀ ਪ੍ਰੈਫਰ ਕਰਦੇ ਕਿ ਵੀ ਲਿਕੁਇਡ ਇਨਟੇਕ ਹੋ ਰਿਹਾ, ਤੇ ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਲਿਕੁਇਡ ਤੇ ਜਿਹੜੇ ਏਰੇਟਿਡ ਡਰਿੰਕ ਹੈ, ਕੋਲਡ ਡਰਿੰਕਸ ਹੈ, ਉਹ ਵੈਸੇ ਅਸੀਂ ਦੇਖਿਆ ਹੀ ਹੈ ਕਿ ਉਹ ਇੱਕ ਤਰ੍ਹਾਂ ਦਾ ਜੰਕ ਫੂਡ ਹੀ ਹੈ। ਉਹਨਾਂ ਦਾ ਕੋਈ ਸਾਨੂੰ ਬੋਡੀ ਨੂੰ ਜ਼ਿਆਦਾ ਐਡਵਾਂਟੇਜ ਨਹੀਂ ਹੈ। ਹਾਈਡਰੇਟ ਤੇ ਉਹ ਰੱਖਦੇ ਆ, ਪਰ ਉਹਦੇ ਨਾਲ ਸਾਨੂੰ ਉਹਦੇ ਵੀ ਪ੍ਰੈਜ਼ਰਵੇਟਿਵਸ ਹੁੰਦੇ ਆ, ਉਹਨਾਂ ਨਾਲ ਕੈਲਰੀਜ਼ ਇਨਟੇਕ ਜ਼ਿਆਦਾ ਹੋ ਜਾਂਦਾ। ਇਹ ਸਾਰੀ ਚੀਜ਼ਾਂ ਆ ਜਾਂਦੀਆਂ। ਇਸ ਤੋਂ ਚੰਗਾ ਤੇ ਮੈਂ ਇਹ ਐਡਵਾਈਸ ਕਰਨਾ ਕਿ ਜਿਵੇਂ ਸਾਡੇ ਟ੍ਰੈਡੀਸ਼ਨਲ ਡਰਿੰਕਸ ਹੈ, ਜਿਵੇਂ ਲੱਸੀ ਹੋ ਗਿਆ, ਈਵਨ ਗੰਨੇ ਦਾ ਰਸ ਹੋ ਗਿਆ, ਜਿਵੇਂ ਆਪਣੇ ਫਰੂਟ ਜੂਸਿਸ ਹੋ ਗਏ, ਜਿਹੜੇ ਨੈਚੁਰਲ ਫਰੂਟ ਤੋਂ ਆਪਾਂ ਮਤਲਬ ਕਿਸੇ ਸਾਹਮਣੇ ਫਰੈਸ਼ ਜੂਸ ਵਗੈਰਾ ਜਿਹੜਾ ਆਪਾਂ ਕਢਵਾਉਂਦੇ ਹਾਂ, ਈਵਨ ਨਿੰਬੂ ਪਾਣੀ ਹੁੰਦੇ ਆ, ਇਹ ਵੀ ਚੀਜ਼ਾਂ ਜ਼ਿਆਦਾ ਬੋਡੀ ਨੂੰ ਫਾਇਦੇਮੰਦ ਵੀ ਹੈ ਤੇ ਜ਼ਿਆਦਾ ਹੈਲਪਫੁਲ ਹੈ। ਤੇ ਸਰ ਕਿਹੜੇ ਵਿਟਾਮਿਨਸ ਜਿਹੜੇ ਹੁੰਦੇ ਨੇ ਲਾਈਕ ਬੋਡੀ ਵਿੱਚ ਲਾਈਕ ਇਨਕਰੀਜ਼ ਰਹਿਣੇ ਚਾਹੀਦੇ ਕਿ ਅਸੀਂ ਜਿਹੜੇ ਗਰਮੀ 'ਚ ਆਪਣਾ ਬਚਾਅ ਕਰ ਸਕੀਏ? ਇਸ ਤਰ੍ਹਾਂ ਤੇ ਕੋਈ ਡੈਫੀਨੇਟ ਵਿਟਾਮਿਨ ਦਾ ਰੋਲ ਨਹੀਂ ਹੈ, ਪਰ ਆਲਮੋਸਟ ਇਹ ਹੈ ਕਿ ਇਸ ਲਈ ਮੈਂ ਤੁਹਾਨੂੰ ਕਿਹਾ ਇੱਕ ਬੈਲੈਂਸਡ ਡਾਈਟ ਤੇ ਇੱਕ ਮਿਕਸਡ ਡਾਈਟ ਹੋਣੀ ਚਾਹੀਦੀ ਹੈ। ਉਹਦੇ ਨਾਲ ਤੁਹਾਡੇ ਸਾਰੇ ਜਿਹੜੇ ਤੁਹਾਡੇ ਵਿਟਾਮਿਨਸ ਹੈ ਠੀਕ ਰਹਿੰਦੇ ਆ। ਜਿਵੇਂ ਮੈਂ ਕਿਹਾ ਕਿ ਇੱਕ ਮਿਕਸਰ ਆਫ ਸੈਲਡ ਹੋਣਾ ਚਾਹੀਦਾ ਹੈ, ਮਿਕਸਰ ਆਫ ਫਰੂਟਸ ਹੋਣੇ ਚਾਹੀਦੇ ਆ। ਕੋਈ ਵੀ ਚੀਜ਼ ਇੱਕ ਹੀ ਚੀਜ਼ ਨਹੀਂ ਹੋਣੀ ਚਾਹੀਦੀ, ਤੁਹਾਡੇ ਕੋਲ ਸਾਰੀ ਮਿਕਸਰ ਹੋਣਾ ਚਾਹੀਦਾ ਤਾਂ ਕਿ ਤੁਹਾਡੇ ਸਾਰੀ ਬੋਡੀ ਦੀ ਨਿਊਟ੍ਰੀਸ਼ਨ ਇੱਕ ਲੈਵਲ 'ਤੇ ਰਹੇ।
ਗਰਮੀਆਂ 'ਚ ਕਿੰਨੀ ਵਾਰ ਲੋਕਾਂ ਦਾ ਖਾਣ ਪੀਣ ਨੂੰ ਜੀ ਵੀ ਨਹੀਂ ਕਰਦਾ ਤੇ ਫਿਰ ਉਹ ਵੀ ਰੀਜ਼ਨ ਇੱਕ ਹੋ ਸਕਦਾ ਹੈ ਡੀਹਾਈਡਰੇਸ਼ਨ। ਡੈਫੀਨਿਟਲੀ ਮੈਂ ਤੁਹਾਨੂੰ ਪਹਿਲੇ ਵੀ ਇਹ ਸਮਝਾਇਆ ਗਿਆ, ਪਹਿਲੇ ਗੱਲ ਕੀਤੀ ਹੈ ਕਿ ਖਾਣਾ ਪੀਣਾ ਇੱਕ ਮਸਟ ਹੈ, ਕਿਉਂਕਿ ਤੁਹਾਡੀ ਇਮਿਊਨਿਟੀ ਠੀਕ ਰਹਿੰਦੀ ਹੈ, ਤੁਹਾਡੀ ਬੋਡੀ ਦੀ ਪਾਵਰ ਠੀਕ ਰਹਿੰਦੀ ਹੈ, ਤੁਹਾਨੂੰ ਚਾਂਸਿਸ ਆਫ ਇਨਫੈਕਸ਼ਨ ਜਾਂ ਕੋਈ ਵੀ ਕੰਪਲਿਕੇਸ਼ਨ ਘੱਟ ਜਾਂਦੇ ਆ। ਜੇ ਤੁਸੀਂ ਖਾਣਾ ਮਿਸ ਕਰੋਗੇ ਤਾਂ ਡੈਫੀਨਿਟਲੀ ਤੁਸੀਂ ਜ਼ਿਆਦਾ ਪ੍ਰੋਨ ਹੋ ਜਾਂਦੇ ਹੋ ਕਿਸੇ ਵੀ ਕੰਪਲਿਕੇਸ਼ਨ ਦੇ, ਜਿਹੜੀ ਹੀਟ ਤੋਂ ਹੋ ਸਕਦੀ ਹੈ। ਸਰ ਹੋਰ ਕਿਹੜੇ ਪੇਸ਼ੈਂਟਸ ਜਿਹੜੇ ਜਿਵੇਂ ਬੀਪੀ ਜਾਂ ਸ਼ੂਗਰ ਦੇ ਪੇਸ਼ੈਂਟਸ ਹੁੰਦੇ ਆ, ਹਾਰਟ ਦੇ ਪੇਸ਼ੈਂਟਸ ਹੁੰਦੇ ਆ, ਕਿਹੜੇ ਅਜਿਹੇ ਪੇਸ਼ੈਂਟਸ ਹੈ ਜਿਹਨਾਂ ਨੂੰ ਗਰਮੀ 'ਚ ਜ਼ਿਆਦਾ ਦਿੱਕਤ ਆਉਂਦੀ ਹੈ? ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਿਆਂ ਦੀ ਕੋਈ ਜਿਵੇਂ ਸ਼ੂਗਰ ਦੇ ਹੈ, ਬੀਪੀ ਦੇ ਹੈ, ਥਾਇਰਾਇਡ ਦੇ ਮਰੀਜ਼ ਹੈ, ਉਹਨਾਂ ਨੂੰ ਆਪਣੀ ਦਵਾਈਆਂ ਬਿਲਕੁਲ ਮਿਸ ਨਹੀਂ ਕਰਨੀ ਚਾਹੀਦੀਆਂ। ਸਾਡੇ ਕੋਈ ਲੋਕੀ ਆ ਜਾਂਦੇ, ਗਰਮੀ ਸੀ, ਸਾਡੇ ਕੋਲ ਦਵਾਈ ਖਾਧੀ ਨਹੀਂ ਗਈ, ਖਾਣਾ ਵੀ ਨਹੀਂ ਖਾਇਆ, ਮੈਡੀਸਨ ਆਪਣੀ ਮਿਸ ਨਾ ਕਰੋ। ਗਰਮੀ ਨਾਲ ਤੁਹਾਨੂੰ ਇਹਨਾਂ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਆਏਗੀ, ਪਰ ਇਹ ਜੇ ਤੁਸੀਂ ਆਪਣੀ ਨੋਰਮਲ ਮੈਡੀਸਨ ਮਿਸ ਕਰੋਗੇ ਉਹ ਤੁਹਾਨੂੰ ਹੋਰ ਕੰਪਲਿਕੇਸ਼ਨ ਕਰ ਦੇਣਗੇ। ਇਸ ਲਈ ਇਹ ਨਹੀਂ ਹੈ ਕਿ ਕਿਸੇ ਖਾਸ ਮਰੀਜ਼ ਨੂੰ ਜ਼ਿਆਦਾ ਪ੍ਰੋਬਲਮ ਆਏਗੀ, ਪਰ ਡੈਫੀਨਿਟਲੀ ਜਿਵੇਂ ਕਿਡਨੀ ਦੇ ਮਰੀਜ਼ ਹੁੰਦੇ ਆ, ਜਿਨ੍ਹਾਂ 'ਚ ਪਹਿਲੇ ਥੋੜ੍ਹਾ ਵੋਲਿਊਮ ਡਿਪਲੀਸ਼ਨ ਹੁੰਦਾ ਹੈ, ਜਿਹੜੇ ਥੋੜ੍ਹੇ ਜਿਹੇ ਜਿਵੇਂ ਦੀ ਮੈਂ ਕਿਹਾ ਕਿ ਹੈਲਥ ਘੱਟ ਹੁੰਦੀ ਹੈ, ਮਾਲ ਨੋਰਿਸ਼ ਹੁੰਦੇ ਆ, ਉਹਨਾਂ ਨੂੰ ਇਹ ਪ੍ਰੋਬਲਮਸ ਹੀਟ ਦੀ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਆ। ਤੇ ਸਰ ਤੁਸੀਂ ਇੱਕ ਲਾਈਕ ਪ੍ਰੀਕਾਸ਼ਨਸ ਇੱਕ ਸਮ ਅਪ ਕੀ ਕਰਨਾ ਚਾਹੋਗੇ ਵਿਊਅਰਸ ਨੂੰ, ਕੀ ਦੱਸਣਾ ਚਾਹੋਗੇ ਕਿ ਉਹਨਾਂ ਨੂੰ ਕਿੰਨਾ ਚੀਜ਼ਾਂ ਦਾ ਧਿਆਨ ਜਿਹੜਾ ਹੈ ਬੇਸਿਕ ਰੱਖਣਾ ਚਾਹੀਦਾ ਹੈ? ਬੇਸਿਕ ਚੀਜ਼ਾਂ ਇਹੀ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਕੱਪੜੇ ਜਿਵੇਂ ਤੁਸੀਂ ਮੌਸਮ ਦੇ ਹਿਸਾਬ ਨਾਲ ਪਾਓ। ਦੂਸਰਾ ਜਿੰਨਾ ਮਿਨੀਮਮ ਅਵੋਇਡ ਕਰੋ ਕਿ ਤੁਸੀਂ ਅਗਰ ਪੀਕ ਆਵਰ ਵਿੱਚ ਜਾ ਰਹੇ ਹੋ ਗਰਮੀ ਦੇ, ਅਵੋਇਡ ਕਰੋ, ਬਹੁਤ ਹੀ ਜ਼ਰੂਰੀ ਕੰਮ ਹੈ। ਜੇ ਕਰਨਾ ਹੀ ਪੈ ਰਿਹਾ ਕੋਸ਼ਿਸ਼ ਕਰੋ ਕਿ ਤੁਹਾਨੂੰ ਥੋੜ੍ਹਾ ਡਿਲੇ ਕਰ ਦਿਓ ਜਾਂ ਪਹਿਲੇ ਕਰ ਲਓ। ਅਗਰ ਜਾਣਾ ਹੈ, ਜੇ ਤੁਹਾਡੇ ਕੋਲ ਆਪਣੇ ਕੋਲ ਕੋਈ ਕਾਰ ਹੈ ਜਾਂ ਕੋਈ ਹੋਰ ਕਨਵੀਨਸ ਹੈ, ਉਹਦੇ ਵਿੱਚ ਥੋੜ੍ਹੇ ਚਾਂਸਿਸ ਆਫ ਹੀਟ ਐਕਸਪੋਜ਼ਰ ਤੇ ਘੱਟ ਹੁੰਦੇ ਆ, ਤੁਸੀਂ ਉਹ ਯੂਜ਼ ਕਰ ਲਓ। ਆਪਣਾ ਮੀਲ ਕੋਈ ਮਿਸ ਨਾ ਕਰੋ, ਆਪਣੀ ਹਾਈਡਰੇਸ਼ਨ ਪ੍ਰੋਪਰ ਰੱਖੋ, ਖਾਣਾ ਪੀਣਾ ਆਪਣੇ ਲਿਕੁਇਡ ਇੰਟੇਕ ਅੱਛਾ ਰੱਖੋ। ਲਿਕੁਇਡ ਇੰਟੇਕ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਟ੍ਰੈਡੀਸ਼ਨਲ ਜਿਹੜੇ ਹੁੰਦੇ ਆ ਡਰਿੰਕਸ ਲਾਈਕ ਨਿੰਬੂ ਪਾਣੀ ਹੋ ਗਿਆ, ਆਪਣੇ ਇਵਨ ਗੰਨੇ ਦਾ ਰਸ ਹੋ ਗਿਆ, ਫਰੈਸ਼ ਜੂਸਿਸ ਹੋ ਗਏ, ਇਹ ਸਾਰੀ ਚੀਜ਼ਾਂ, ਲੱਸੀ ਹੋ ਗਿਆ, ਇਹ ਬੜੇ ਅੱਛੇ ਇੰਡੀਅਨ ਟ੍ਰੈਡੀਸ਼ਨਲ ਡਰਿੰਕਸ ਹੈ ਜਿਹੜੇ ਤੁਹਾਡੀ ਬੋਡੀ ਨੂੰ ਹਾਈਡਰੇਟ ਕਰਕੇ ਰੱਖਦੇ ਆ। ਇਹਨਾਂ ਨੂੰ ਜਿੰਨਾ ਲੈ ਸਕਦੇ ਹੋ ਲਈ ਜਾਓ। ਉਹਦੇ ਵਿੱਚ ਦੂਸਰਾ ਆਪਣੀ ਫਰੂਟਸ ਐਂਡ ਸੈਲਡ ਦਾ ਵੀ ਆਪਣੀ ਡਾਈਟ 'ਚ ਇਹਨਾਂ ਨੂੰ ਇਨਕਲੂਡ ਕਰੋ। ਤਾਂ ਇਹ ਸੀ ਕਿ ਡਾਕਟਰ ਅਮਿਤ ਬੇਰੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਬੇਸਿਕ ਜਿਹੜੀ ਪ੍ਰੋਬਲਮ ਗਰਮੀਆਂ ਵਿੱਚ ਲੋਕਾਂ ਨੂੰ ਆਉਂਦੀ ਹੈ ਉਹ ਡੀਹਾਈਡਰੇਸ਼ਨ ਦੀ ਆਉਂਦੀ ਹੈ, ਤੇ ਜੇ ਆਪਾਂ ਆਪਣਾ ਖਾਣ ਪੀਣ, ਆਪਣੀ ਬੈਲੈਂਸ ਡਾਈਟ ਰੱਖੀਏ ਤੇ ਨਾਲ ਹੀ ਲਿਕੁਇਡ ਇਨਟੇਕ ਜਿਹੜਾ ਹੈ ਉਹ ਟਾਈਮ ਟੂ ਟਾਈਮ ਲੈਂਦੇ ਰਹੀਏ ਕਿ ਆਫਟਰ ਥੋੜ੍ਹੀ ਦੇਰ ਬਾਅਦ ਜਿਹੜਾ ਹੈ ਥੋੜ੍ਹੀ ਦੇਰ ਬਾਅਦ ਅਸੀਂ ਲਿਕੁਇਡ ਇਨਟੇਕ ਕਰਦੇ ਰਹੀਏ ਤੇ ਸਾਨੂੰ ਡੀਹਾਈਡਰੇਸ਼ਨ ਦੀ ਪ੍ਰੋਬਲਮ ਵੀ ਨਹੀਂ ਆ ਸਕਦੀ। ਅਸੀਂ ਹਾਈਡਰੇਟਿਡ ਰਵਾਂਗੇ ਤੇ ਅਸੀਂ ਜਿਹੜਾ ਹੈ ਗਰਮੀ 'ਚ ਜਦ ਜਾਂਦੇ ਹਾਂ ਤਾਂ ਸਾਨੂੰ ਉਦੋਂ ਵੀ ਕੋਈ ਜਿਹੜੀ ਹੈ ਜ਼ਿਆਦਾ ਪ੍ਰੋਬਲਮ ਫੇਸ ਨਹੀਂ ਕਰਨੀ ਪਏਗੀ। ਤੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਆਪਣੇ ਮੈਡੀਸਿਨਸ ਦਾ ਧਿਆਨ ਵੀ ਰੱਖਣਾ ਚਾਹੀਦਾ, ਕਿਉਂਕਿ ਗਰਮੀਆਂ ਵਿੱਚ ਲੋਕੀ ਕਿੰਨੀ ਵਾਰ ਆਪਣੀ ਮੈਡੀਸਿਨਸ ਅਵੋਇਡ ਕਰਦੇ ਨੇ, ਆਪਣੀ ਮੀਲ ਸਕਿਪ ਕਰ ਦਿੰਦੇ ਨੇ। ਇਹ ਵੀ ਰੀਜ਼ਨ ਹੋ ਸਕਦਾ ਹੈ। ਤੇ ਡੀਹਾਈਡਰੇਸ਼ਨ ਜਿਹੜਾ ਹੈ ਇੱਕ ਬੇਸਿਕ ਰੀਜ਼ਨ ਹੈ ਸਾਰੀ ਪ੍ਰੋਬਲਮਸ ਦਾ, ਜਿਸ ਕਰਕੇ ਤੁਹਾਨੂੰ ਹਾਰਟ ਸਟ੍ਰੋਕ ਵੀ ਹੋ ਸਕਦਾ ਹੈ, ਹੀਟ ਸਟ੍ਰੋਕ ਵੀ ਹੋ ਸਕਦਾ ਹੈ, ਤੇ ਹੋਰ ਵੀ ਜਿਹੜੀ ਪ੍ਰੋਬਲਮਸ ਨੇ ਤੁਹਾਡੀਆਂ ਵੱਧ ਸਕਦੀਆਂ ਨੇ। ਤਾਂ ਤੁਹਾਨੂੰ ਜਿਹੜੀ ਆਪਣੀ ਮੀਲ ਸਕਿਪ ਨਹੀਂ ਕਰਨੀ ਚਾਹੀਦੀਆਂ, ਤੇ ਨਾਲ ਹੀ ਜਿਹੜਾ ਹੈ ਲਿਕੁਇਡ ਇਨਟੇਕ, ਤੇ ਨਾਲ ਹੀ ਖਾਸ ਕਰਕੇ ਲਿਕੁਇਡ ਇਨਟੇਕ ਦੀ ਜੇ ਗੱਲ ਕਰੀਏ ਤਾਂ ਨੈਚੁਰਲ ਲਿਕੁਇਡ ਜਿਹੜਾ ਹੈ ਉਹ ਲੈਣਾ ਚਾਹੀਦਾ। ਜਿਹੜੀ ਨੈਚੁਰਲ ਡਰਿੰਕਸ ਨੇ ਜਿਵੇਂ ਲੱਸੀ, ਨਿੰਬੂ ਪਾਣੀ, ਫਰੈਸ਼ ਜੂਸਿਸ, ਇਹ ਸਭ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰ ਕਰਨਾ ਚਾਹੀਦਾ ਹੈ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ੁਭਪ੍ਰੀਤ ਕੌਰ, ਕੈਮਰਾਮੈਨ ਸੰਦੀਪ ਦੇ ਨਾਲ, ਲੁਧਿਆਣਾ ਟਾਈਮਸ।